ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੋ ਤੇ ਭੈਣੋ, ਅਮਰੀਕਾ ਦੇ ਵਿੱਚ ਇਸ ਹਫਤੇ ਆਪਾਂ ਸਾਰੇ ਹੀ ਬਹੁਤ ਹੀ ਅਨਪ੍ਰੈਸੀਡੈਂਟਡ ਤੇ ਚੈਲੰਜਿੰਗ ਟਾਈਮ ਨੂੰ ਦੇਖ ਰਹੇ ਹਾਂ ਕਿ ਮੰਡੇ ਟਿਊਜ਼ਡੇ ਦੇ ਜਿਹੜੇ 2 ਦਿਨ ਸੀਗੇ ਉਹ ਸਾਡੇ ਸਾਰਿਆਂ ਲਈ ਬਹੁਤ ਹੀ ਦੁੱਖ ਭਰੇ ਲੰਘੇ ਨੇ। ਪਹਿਲਾਂ ਤਾਂ ਜਿਹੜੀ ਸਾਨੂੰ ਸਾਰਿਆਂ ਨੂੰ ਖਬਰ ਮਿਲੀ, ਜਿਹੜਾ ਕਿ ਐਕਸਪੈਕਟਡ ਹੀ ਸੀ, ਵੀ 1 ਲੱਖ ਬੰਦਾ ਕਰੋਨਾ ਵਾਇਰਸ ਕਰਕੇ ਇਸ ਦੇਸ਼ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਹੈ। ਸੋ ਜਸਟ ਇਮੈਜਿਨ ਕਰੋ ਕਿ ਉਹਨਾਂ ਪਰਿਵਾਰਾਂ ਦੇ ਉੱਤੇ ਕੀ ਗੁਜ਼ਰ ਰਹੀ ਹੋਗੀ ਜਿਨ੍ਹਾਂ ਦੇ ਉਹਨਾਂ ਦੇ ਲਵਡ ਵਨਸ, ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਇਸ ਬਿਮਾਰੀ ਕਰਕੇ ਇਸ ਸੰਸਾਰ ਤੋਂ ਚਲੇ ਗਏ। ਅਤੇ ਉਹਦਾ ਜਿਹੜਾ ਇਕਨੋਮਿਕ ਇੰਪੈਕਟ ਹੈ, ਉਹਦਾ ਜਿਹੜਾ ਸੋਸ਼ਲ ਇੰਪੈਕਟ ਹੈਗਾ, ਉਹ ਤਾਂ ਅਸੀਂ ਇਮੈਜਿਨ ਹੀ ਨਹੀਂ ਕਰ ਸਕਦੇ ਕਿ 1 ਲੱਖ ਬੰਦਾ ਇਸ ਬਿਮਾਰੀ ਕਰਕੇ ਮਾਰਿਆ ਗਿਆ ਹੈ। ਅਤੇ ਦੂਜਾ ਹੈ ਕਿ ਜਿਹੜੇ 62,000 ਤੋਂ ਵੱਧ 62,000 ਜਿਹੜੇ ਹੈਲਥ ਵਰਕਰਸ ਨੇ ਉਹ ਇਨਫੈਕਟਡ ਹੋ ਗਏ ਸੀਗੇ ਇਸ ਬਿਮਾਰੀ ਦੌਰਾਨ, ਇਸ ਬਿਮਾਰੀ ਕਰਕੇ। ਅਤੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਕਿੰਨੇ ਲੋਕਾਂ ਦੇ ਉੱਤੇ ਇਸ ਬਿਮਾਰੀ ਦਾ ਇੰਪੈਕਟ ਹੋਇਆ, ਇਕਨੋਮਿਕ ਇੰਪੈਕਟ ਹੋਇਆ, ਅਤੇ ਕਿੰਨੇ ਮਿਲੀਅਨ ਲੋਕਾਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਹੈ। ਸੋ ਦਾਸ ਵੱਲੋਂ ਬੇਨਤੀ ਹੈ ਕਿ ਆਪਾਂ ਸਾਰੇ ਰਲ ਕੇ ਸਿੱਖ ਕੌਮ ਵੱਲੋਂ ਇਸ ਦੇਸ਼ ਦੇ ਵਿੱਚ ਜਿਹੜੇ ਵੀ ਅਸੀਂ ਰਹਿ ਰਹੇ ਹਾਂ, ਆਪਣੇ ਆਪਣੇ ਗੁਰਦੁਆਰਿਆਂ ਦੇ ਵਿੱਚ ਕੱਲ੍ਹ ਨੂੰ ਐਤਵਾਰ ਨੂੰ ਅਤੇ ਆਉਣ ਵਾਲੇ ਇਸ ਹਫਤੇ ਦੇ ਵਿੱਚ ਅਸੀਂ ਉਹਨਾਂ ਲੱਖ ਬੰਦਿਆਂ ਦੀ ਜਿਹੜੀ ਇਸ ਸੰਸਾਰ ਤੋਂ ਜਾਣ ਦੀ ਜਿਹੜੀ ਇਹ ਦੁੱਖ ਵਾਲੀ ਸਥਿਤੀ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਲਈ ਅਰਦਾਸ ਕਰੀਏ। ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਹੀ ਇਹ ਉਪਦੇਸ਼ ਦਿੱਤਾ ਹੈ, ਜੀ ਕੀ ਬਿਰਥਾ ਹੋਏ ਗੁਰ ਪੈ ਅਰਦਾਸ ਕਰ। ਸੋ ਆਪਾਂ ਸਾਰੇ ਰਲ ਕੇ ਇਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਹੈ ਅਤੇ ਸਾਰੇ ਹੈਲਥ ਵਰਕਰਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਹੈ। ਦੂਜਾ, ਜਿਹੜਾ ਕਿ ਮੰਡੇ ਜਾਰਜ ਫਲੋਇਡ, ਜਿਸ ਤਰ੍ਹਾਂ ਉਹਨੂੰ ਮਿਨੀਐਪੋਲਿਸ ਦੇ ਵਿੱਚ ਪੁਲਿਸ ਨੇ ਬੇਰਹਿਮੀ ਦੇ ਨਾਲ, ਬਹੁਤ ਹੀ ਆਊਟਰੇਜੀਅਸ ਢੰਗ ਦੇ ਨਾਲ ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ, ਜਿਸ ਤਰ੍ਹਾਂ ਉਹਦਾ ਮਰਡਰ ਕੀਤਾ ਗਿਆ, ਅਤੇ ਜਿਹੜੀ ਉਹ ਵੀਡੀਓ ਵਾਇਰਲ ਹੋਈ, ਉਹਦੇ ਨਾਲ ਸਾਰਿਆਂ ਦਾ ਹੀ ਹਿਰਦਾ ਛਲਨੀ ਹੋਇਆ ਹੈ, ਸਾਰਿਆਂ ਨੂੰ ਹੀ ਬਹੁਤ ਹੀ ਠੇਸ ਪਹੁੰਚੀ ਹੈ। ਅਤੇ ਤੁਸੀਂ ਇੱਕਦਮ ਨਮ ਹੋ ਜਾਂਦੇ ਹੋ, ਸੁੰਨ ਹੋ ਜਾਂਦੇ ਹੋ। ਸੋ ਇਸ ਕਰਕੇ ਉਸ ਦੇ ਪਰਿਵਾਰ ਲਈ, ਜਾਰਜ ਫਲੋਇਡ ਦੇ ਪਰਿਵਾਰ ਲਈ ਵੀ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ। ਅਤੇ ਤੀਜੀ ਗੱਲ ਇਹ ਆ ਕਿ ਜਿਹੜਾ ਇਸ ਟ੍ਰੈਜਡੀ ਦਾ ਜਿਹੜਾ ਇੰਪੈਕਟ ਹੈ ਇਸ ਵੇਲੇ ਸਾਰੇ ਅਮਰੀਕਾ 'ਚ ਮਹਿਸੂਸ ਕੀਤਾ ਜਾ ਰਿਹਾ ਹੈ। 30-35 ਸਿਟੀਜ਼ ਦੇ ਵਿੱਚ ਇਸ ਵੇਲੇ ਹਾਹਾਕਾਰ ਮੱਚੀ ਹੋਈ ਹੈ, ਕਿਉਂਕਿ ਲੋਕ ਪ੍ਰੋਟੈਸਟ ਕਰਨਾ ਚਾਹ ਰਹੇ ਨੇ। ਲੋਕਾਂ ਲਈ ਉਹ ਸਹਾਰਨਾ ਹੀ ਮੁਸ਼ਕਿਲ ਹੋਇਆ ਕਿ ਕਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ ਅਤੇ ਕਿੰਨੀ ਦੇਰ ਲਗਾਈ ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਅਤੇ ਜਿਹੜੇ ਉੱਥੋਂ ਦੇ ਲੀਗਲ ਸਿਸਟਮ ਨੇ ਇੱਕ ਪੁਲਿਸ ਅਫਸਰ ਨੂੰ ਚਾਰਜ ਕੀਤਾ। ਹੁਣ ਉਹ ਕਹਿੰਦੇ ਨੇ ਕਿ ਅਸੀਂ 3-4 ਹੋਰਾਂ ਨੂੰ ਵੀ ਚਾਰਜ ਕਰਾਂਗੇ, ਪਰ ਉਹਦਾ ਜਿਹੜਾ ਡੈਮੇਜ ਸੀਗਾ ਉਹ ਆਲਰੇਡੀ ਹੋ ਚੁੱਕਿਆ ਅਤੇ ਉਹਦਾ ਅਸਰ ਆਪਾਂ ਸਾਰੇ ਦੇਖ ਰਹੇ ਹਾਂ ਕਿ ਇਸ ਵੇਲੇ ਅੱਗਾਂ ਲੱਗ ਰਹੀਆਂ ਨੇ, ਪ੍ਰੋਟੈਸਟ ਹੋ ਰਹੇ ਨੇ, ਵਾਇਲੈਂਸ ਹੋ ਰਹੀ ਹੈ। ਸੋ ਇਸ ਵੇਲੇ ਸਾਡਾ ਕੀ ਫਰਜ਼ ਬਣਦਾ ਹੈ? ਇੱਕ ਜਿਹੜਾ ਇਸ਼ੂ ਮੇਨ ਇੰਪੋਰਟੈਂਟ ਇਹ ਹੈ ਕਿ ਜਿਹੜੇ ਅਫਰੀਕਨ ਅਮੈਰੀਕਨਸ ਦੇ ਜਿਹੜੇ ਸਿਵਲ ਰਾਈਟਸ ਨੇ, ਉਹ ਪਿਛਲੇ 400 ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਉਹ ਇੱਕ ਇਤਿਹਾਸ ਹੈ, ਪੂਰਾ ਬੜਾ ਇੱਕ ਦਰਦਨਾਕ ਇਤਿਹਾਸ ਹੈ, ਉਹ ਉਸ ਨੂੰ ਇੱਕ ਸਿੰਬੋਲਿਕ ਤੌਰ ਦੇ ਉੱਤੇ ਮਹਿਸੂਸ ਕੀਤਾ ਗਿਆ ਹੈ, ਜਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ ਜਾਰਜ ਫਲੋਇਡ ਨੂੰ। ਸੋ ਇਸ ਕਰਕੇ ਜਸਟ ਇਮੈਜਿਨ ਕਿ ਕਰੋਨਾ ਵਾਇਰਸ ਕਰਕੇ ਬਿਮਾਰੀ ਲੱਗਣ ਦੇ ਡਰ ਦੇ ਬਾਵਜੂਦ ਵੀ ਸੋ ਮੈਨੀ ਪੀਪਲ ਆਰ ਰਿਸਕਿੰਗ ਦੇਅਰ ਲਾਈਵਸ ਟੂ ਕਮ ਆਊਟ ਔਨ ਦ ਸਟਰੀਟਸ ਐਂਡ ਪ੍ਰੋਟੈਸਟਿੰਗ ਬਿਕੋਜ਼ ਦ ਪੇਨ ਇਜ਼ ਸੋ ਸਵੀਅਰ। ਪੀਪਲ ਜਸਟ ਕੈਨੋਟ ਇਮੈਜਿਨ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਕਿਸਮ ਦੀ ਆਊਟਰੇਜੀਅਸ ਗੱਲ ਪੁਲਿਸ ਅਫਸਰਾਂ ਵੱਲੋਂ ਕੀਤੀ ਗਈ। ਪਹਿਲਾਂ ਵੀ ਕੀਤੀ ਜਾਂਦੀ ਰਹੀ ਹੈ, ਰੋਡਨੀ ਕਿੰਗ ਦਾ ਹੋਇਆ, ਹੋਰ ਕਈ ਇਸ ਕਿਸਮ ਦੇ ਮਿਜ਼ੋਰੀ ਦੇ ਵਿੱਚ ਕੇਸਿਸ ਹੋਏ ਨੇ, ਕਈ ਥਾਂ ਦੇ ਉੱਤੇ ਗੋਲੀਆਂ ਨਾਲ ਮਾਰ ਦਿੱਤਾ ਗਿਆ। ਪਰ ਇਹ ਜਿਹੜੀ ਮੌਤ ਜਿਸ ਕਿਸਮ ਦੀ ਆਪਾਂ ਸਾਰਿਆਂ ਨੇ ਵਿਟਨੈਸ ਕੀਤੀ ਹੈ, ਉਹ ਬਹੁਤ ਹੀ ਸਹਾਰਨੀ ਮੁਸ਼ਕਿਲ ਹੈ। ਸੋ ਆਪਾਂ ਸਾਰਿਆਂ ਨੇ ਰਲ ਕੇ ਇਸ ਦੇਸ਼ ਦੇ ਚੰਗੇ ਮਾਹੌਲ ਲਈ ਅਰਦਾਸ ਕਰਨੀ ਹੈ। ਸਿਵਲ ਰਾਈਟਸ ਲਈ ਜਿਹੜੇ ਸਟਰਗਲ ਕਰ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਹੈ। ਅਤੇ ਆਪਾਂ ਸਾਰਿਆਂ ਨੇ ਇਹੀ ਵਾਹਿਗੁਰੂ ਕੋਲ ਮੰਗ ਕਰਨੀ ਹੈ ਕਿ ਸਾਰੇ ਮਾਹੌਲ ਨੂੰ ਇੱਕ ਠੀਕ ਢੰਗ ਦੇ ਨਾਲ ਲਿਜਾਉਣ ਦੇ ਵਿੱਚ ਜਿਹੜੇ ਵੀ ਧਾਰਮਿਕ ਨੇਤਾ ਨੇ, ਰਾਜਨੀਤਿਕ ਨੇਤਾ ਨੇ, ਜਿਹੜੇ ਵੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਬਲ ਅਤੇ ਬੁੱਧੀ ਮਿਲੇ। ਅਤੇ ਆਪਾਂ ਸਾਰਿਆਂ ਨੇ ਸਾਰੇ ਸੰਸਾਰ ਦੀ ਸ਼ਾਂਤੀ ਲਈ ਅਤੇ ਖਾਸ ਕਰਕੇ ਅਮਰੀਕਾ ਦੇ ਵਿੱਚ ਇੱਕ ਚੰਗੇ ਮਾਹੌਲ ਦੀ ਸਿਰਜਣਾ ਲਈ ਆਪਾਂ ਵਾਹਿਗੁਰੂ ਕੋਲ ਮੰਗ ਕਰਨੀ ਹੈ। ਅਸੀਂ ਨੈਸ਼ਨਲ ਸਿੱਖ ਕੈਂਪੇਨ ਵੱਲੋਂ ਜਿਹੜੀ ਇੱਕ ਸ਼ਬਦ ਸ਼ੇਅਰ ਕੀਤਾ ਸਾਰਿਆਂ ਨੇ, ਗੁਰੂ ਸਾਹਿਬ ਨੇ ਜਿਹੜਾ ਲਿਖਿਆ ਹੈ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੈ, ਜੋ ਪਾਵੈ ਤਿਵੇਂ ਬਖਸ਼। ਸੋ ਆਓ ਸਾਰੇ ਰਲ ਕੇ ਅਰਦਾਸ ਕਰੀਏ ਕਰੋਨਾ ਵਾਇਰਸ ਨਾਲ ਜਿਹੜੇ ਬੰਦੇ ਮਰੇ ਨੇ, ਜਾਰਜ ਫਲੋਇਡ ਦੀ ਆਤਮਾ ਲਈ, ਅਤੇ ਖਾਸ ਕਰਕੇ ਰਾਜਨੀਤਿਕ ਮਾਹੌਲ ਲਈ, ਅਤੇ ਜਿਹੜੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਨੂੰ
ਅੰਦਰੋਂ ਟੁੰਬੇ ਗਏ ਨੇ, ਜਿਨ੍ਹਾਂ ਦਾ ਹਿਰਦਾ ਛਲਨੀ ਹੋਇਆ ਉਹਨਾਂ ਨੂੰ ਹੀਲਿੰਗ ਵਾਲਾ ਇਫੈਕਟ ਮਿਲ ਸਕੇ, ਉਹਨਾਂ ਨੂੰ ਵਾਹਿਗੁਰੂ ਆਪਣੀ ਗਲਵਕਟੀ 'ਚ ਲੈ ਕੇ ਸੁਮਤ ਦੇ ਸਕੇ। ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ ਜੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਿਹੜੇ ਵੀ ਪੀਪਲ ਆਫ ਕਲਰ ਨੇ, ਜਿਹੜੇ ਵੀ 1960 ਤੋਂ ਬਾਅਦ ਜਿਹੜੇ ਵੀ ਲੋਕ ਇੱਥੇ ਆਏ ਨੇ, ਉਹਨਾਂ ਨੇ ਜੋ ਅਸੀਂ ਫਰੀडम ਇੱਥੇ ਮਹਿਸੂਸ ਕੀਤੀ ਹੈ, ਉਹਦਾ ਬਹੁਤ ਵੱਡਾ ਕਾਰਨ ਇਹ ਹੈ ਕਿ ਅਫਰੀਕਨ ਅਮਰੀਕਨਸ ਨੇ ਆਪਣੇ ਸਰੀਰ ਦੇ ਉੱਤੇ, ਆਪਣੀ ਆਤਮਾ ਦੇ ਉੱਤੇ ਦੁੱਖ ਹੰਢਾ ਕੇ ਜੋ ਸਿਵਲ ਰਾਈਟਸ ਦੀ ਲੜਾਈ ਲੜੀ, ਉਹਦਾ ਇੰਪੈਕਟ, ਉਹਦਾ ਪੋਜ਼ਿਟਿਵ ਇਫੈਕਟ ਜਿਹੜਾ ਅਸੀਂ ਸਾਰੇ ਮਹਿਸੂਸ ਕਰਕੇ ਇਸ ਦੇਸ਼ ਦੇ ਵਿੱਚ ਨਾਗਰਿਕ ਬਣ ਕੇ ਇੱਥੋਂ ਦੇ ਪੋਲੀਟੀਕਲ ਸਿਸਟਮ, ਇੱਥੋਂ ਦੇ ਜਿਹੜੇ ਸੋਸ਼ਲ ਸਿਸਟਮ ਦੇ ਵਿੱਚ ਅਸੀਂ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਾਂ। ਸੋ ਸਾਡਾ ਇੱਕ ਧੰਨਵਾਦ ਵਾਲਾ ਜਿਹੜਾ ਅਹਿਸਾਸ ਸਾਡੇ ਵੱਲੋਂ ਐਕਸਪ੍ਰੈਸ ਕੀਤਾ ਜਾਣਾ ਚਾਹੀਦਾ। ਸੋ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰੀਏ ਸਾਰੇ ਲੋਕਾਂ ਲਈ, ਸਾਰਿਆਂ ਨੂੰ ਸਮੱਤ ਮਿਲੇ, ਤੇ ਖਾਸ ਕਰਕੇ ਅਫਰੀਕਨ ਅਮਰੀਕਨ ਕਮਿਊਨਿਟੀ ਨੂੰ ਜਿਸ ਤਰ੍ਹਾਂ ਇਹ ਦੁੱਖ ਝੱਲਣਾ ਪਿਆ ਹੈ ਇਸ ਘਟਨਾ ਦੇ ਕਰਕੇ, ਤੇ ਐਜ਼ ਐਨ ਅਮਰੀਕਨ ਸਿਟੀਜ਼ਨਸ ਅਸੀਂ ਨਾਲ ਖੜੇ ਹੋਈਏ, ਸੋਲੀਡੈਰਿਟੀ ਐਕਸਪ੍ਰੈਸ ਕਰੀਏ। ਅਸੀਂ ਕਿਸੇ ਵਾਇਲੈਂਸ ਦੇ ਨਾਲ ਨਹੀਂ ਖੜਨਾ, ਅਸੀਂ ਕਿਸੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਜਿਹੜਾ ਜਾਣ ਕੇ ਐਕਸਪਲੋਇਟ ਕਰਕੇ ਇਸ ਸਿਚੁਏਸ਼ਨ ਨੂੰ ਇੱਕ ਹੋਰ ਵੀ ਭਿਆਨਕ ਦਿਸ਼ਾ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਸੀਂ ਉਸ ਚੀਜ਼ ਦੇ ਨਾਲ ਨਹੀਂ ਖੜਨਾ। ਪਰ ਅਸੀਂ ਜਿਹੜਾ ਇੱਕ ਰਾਈਟ ਇਸ਼ੂ ਹੈ ਕਿ ਇੱਕ ਜਿਹੜੀ ਅਫਰੀਕਨ ਅਮਰੀਕਨ ਕਮਿਊਨਿਟੀ ਹੈ, ਜਾਂ ਜਿਹੜੇ ਵੀ ਮਾਈਨੋਰਿਟੀਜ਼ ਨੇ, ਭਾਵੇਂ ਲਟੀਨੋਜ਼ ਨੇ ਜਾਂ ਪੀਪਲ ਆਫ ਕਲਰ ਨੇ, ਉਹਨਾਂ ਨੂੰ ਕਿਸੇ ਪੱਖੋਂ ਵੀ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹ ਟਾਰਗੇਟ ਨਾ ਕਰਨ। ਸੋ ਜਿਹੜਾ ਸਿੱਖਾਂ ਨੇ ਵੀ ਇਹ ਇੱਕ ਮਾਹੌਲ ਅਸੀਂ ਜਿਹੜਾ ਝੱਲਿਆ ਸੀ, ਜਦੋਂ ਰੇਸ਼ੀਅਲ ਪ੍ਰੋਫਾਈਲਿੰਗ ਦਾ ਇੱਕ ਜਿਹੜਾ ਦੌਰ ਚੱਲਿਆ ਸੀ 9/11 ਤੋਂ ਬਾਅਦ, ਸੋ ਜਸਟ ਇਮੈਜਿਨ ਕਰ ਸਕਦੇ ਹੋ ਕਿ ਜਿਹੜਾ ਅਫਰੀਕਨ ਅਮਰੀਕਨ ਕਮਿਊਨਿਟੀ ਦੇ ਨਾਲ ਜੋ ਕੁਝ ਕੀਤਾ ਗਿਆ ਹੈ ਉਹ ਬਿਲਕੁਲ ਹੀ ਆਊਟਰੇਜੀਅਸ ਹੈ, ਔਰ ਉਹਦੇ ਖਿਲਾਫ ਆਵਾਜ਼ ਉਠਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।